बिस्मिल्लाहिर्रहमानिर्रहीम अस्सलाम वालेकुम दोस्तों की हाल चाल ठीक हो। उम्मीद है कि तुसी बहुत वधिया होवोगे। मैं तुहाडा होस्ट मुस्तफा ते तुसी इस टाइम देख रहे हो फलक टीवी ते मैं तुहाडे लिए एक बेहतरीन ते बहुत ही खूबसूरत वीडियो लैके हाजिर होया। ते इस वीडियो में मैं तुहानू एक ऐसी शख्सियत नाल मिलावांगा जिन्हां दी उम्र 120 साल है कि मेरे दादा अबू ने ते असीं उन्हां दे नाल जिहड़ियां ने उन्हां दी जिंदगी दे बारे में गल्लां बातां करांगे ते उन्हां नू पुछांगे कि उन्होंने इंडिया दे विच कैसे हालात गुजारे ने, पाकिस्तान च कैसे गुजार रहे हैं ते जो इंडिया ते पाकिस्तान अलग-अलग होए ने ते उदों उन्हां नू किन मुश्किलातां दे विचों दी गुजरना पिया। ते आओ असीं तुहानू उन्हां नाल मिलाने आ, उन्हां नाल गुफ्तगू करने आ ते उन्हां दा लहजा वेखने आ ते आओ उन्हां दे नाल असीं गल्लां बातां करने आ। हाँ जी व्यूज, यह बैठे मेरे दादा अबू ते अस्सलाम वालेकुम। वालेकुम सलाम भाई की हाल है, ठीक हो? ठीक ठाक जी। ए जी मेरे दादा अबू ने ते इन्हां दे नाल असीं अज गल्लां करनियां ने। दादा अबू जी तुहाडी इन्नी माशाअल्लाह 120 साल उम्र हो गई है ते इंडिया दे विच भी ते तुहाडा काफी तुहानू पता होना भी असीं किवें रहने सहने सां। बिल्कुल पता जी। ते इंडिया दे विच तुहाडा जिहड़ा सी अपना खानदान सी, जिहड़ा घर-बार सी, किड्डा सी? साडा खानदान बड़ा है। अच्छा। ਤਿੰਨ ਪੰਜ ਭਰਾ ਹੋਏ ਸਾਡੇ ਪਿਓ ਜੀ ਤੇ ਪੰਜਾਂ ਚ ਇੱਕ ਨੇ ਆਪਣਾ ਬਾਲ ਬੱਚਾ ਵੀ ਖੂਜ ਛੋੜ ਲਿਆ ਜਦੋਂ ਪਾਕਿਸਤਾਨ ਹਿੰਦੁਸਤਾਨ ਬਣਿਆ ਤੇ ਆਪ ਵੀ ਉੱਥੇ ਡਿੱਗ ਗਿਆ ਖੂਹ ਚ ਡਿੱਗ ਪਿਆ ਤੇ ਤਿੰਨ ਅਸੀਂ ਇੱਧਰ ਆਏ। ਤਿੰਨ ਇੱਧਰ ਆ ਗਏ ਤੁਹਾਡੇ, ਯਾਨੀ ਕਿ ਜਿਹੜੇ ਅੱਬੂ ਸਨ ਉਹਨਾਂ ਦੇ ਭਰਾ। ਹਾਂਜੀ। ਤੇ ਇੱਧਰ ਆ ਕੇ ਫਿਰ ਤੁਹਾਨੂੰ ਕਿਹੜੇ ਮੁਸ਼ਕਲਾਤਾਂ ਚੋਂ ਲੰਘਣਾ ਪਿਆ? ਆਸਾਨੀ ਨਾਲ ਪਾਕਿਸਤਾਨ 'ਚ ਜਗ੍ਹਾ ਮਿਲ ਗਈ ਕਿ ਜਾਂ ਬਹੁਤ ਮੁਸ਼ਕਲਾਂ ਚੁੱਕਣੀਆਂ ਪਈਆਂ? ਆਸਾਨੀ ਨਾਲ ਨਹੀਂ ਮਿਲੇਗਾ, ਔਖਾ 3 ਮਹੀਨੇ ਤਾਂ ਹਮਾਰੇ ਕੈਂਪ 'ਚ ਰਹੇ ਹੈ। ਅੱਛਾ। ਫਿਰ ਲਾਹੌਰ ਆਣ ਕੇ 10-20 ਦਿਨ ਲੱਗੇ ਨੇ। ਸਹੀ। ਤੇ ਨਾਰੋਵਾਲ ਆਏ ਤੇ ਨਾਰੋਵਾਲ ਆ ਗਏ ਚੀਵੇ ਕਲੇਰਾ ਪਿੰਡ ਆ, ਉੱਥੇ ਆ ਗਏ। ਸਹੀ। ਉੱਥੇ ਨਹੀਂ ਸਾਡਾ ਝੱਟ ਲੰਘਿਆ, ਅਸੀਂ ਉੱਠ ਕੇ ਤੇ ਫਤਿਹਪੁਰ ਆ ਗਏ। ਸਹੀ। ਹਾਂਜੀ। ਤੇ ਹਿੰਦੁਸਤਾਨ ਚ ਵੀ ਸਾਡਾ ਇਹੋ ਹੀ ਕਾਰੋਬਾਰ, ਭਾਂਡੇ ਬਣਾਉਣੇ ਤੇ ਵੇਚਣੇ। ਸਹੀ। ਤੇ ਇੱਧਰ ਆਣ ਕੇ ਵੀ ਇਹੋ ਹੀ ਕਾਰੋਬਾਰ, ਭਾਂਡੇ ਬਣਾਉਣੇ ਤੇ ਵੇਚਣੇ। ਹਾਂਜੀ। ਆਡੀਅਨ ਇਹ ਮੇਰੇ ਸਕੇ ਦਾਦਾ ਅਬੂ ਨੇ ਤੇ ਬਰਤਨ ਬਣਾਉਣ ਦਾ ਇਹ ਕਾਰੋਬਾਰ ਕਰਦੇ ਸਨ। ਉਹਨਾਂ ਦੱਸਿਆ ਕਿ ਅਸੀਂ ਇੰਡੀਆ ਚੋਂ ਆਏ ਤੇ ਫਿਰ ਕਿੱਥੇ ਕਿੱਥੇ ਰਹੇ ਤੇ ਫਿਰ ਆਪਣੇ ਇਸ ਪਿੰਡ ਦੇ ਵਿੱਚ ਆ ਕੇ ਡੇਰਾ ਲਾਇਆ ਤੇ ਇੱਥੇ ਉਹਨਾਂ ਨੇ ਫਿਰ ਕਿੰਨੀ ਮਿਹਨਤ ਕੀਤੀ, ਮਿਹਨਤ ਕਰਕੇ ਤੇ ਇਹ ਸਾਰਾ ਕੁਝ ਜਿਹੜਾ ਇਹਨਾਂ ਨੇ ਆਪਣਾ ਬਣਾਇਆ। ਤੇ ਇਸ ਟਾਈਮ ਅਸੀਂ ਹਵੇਲੀ ਦੇ ਵਿੱਚ ਮੌਜੂਦ ਹਾਂ, ਇਹ ਸਾਡੀ ਹਵੇਲੀ ਹੈ ਤੇ ਹੋਰ ਅਸੀਂ ਇਹਨਾਂ ਨਾਲ ਮਜ਼ੀਦ ਗੱਲਾਂ ਇਹਨਾਂ ਦੀ ਜ਼ਿੰਦਗੀ ਦੇ ਬਾਰੇ ਚ ਕਰਨੇ ਆ ਤੇ ਪੁੱਛਨੇ ਆ। ਤੇ ਅੱਬਾ ਜੀ ਤੁਸੀਂ ਇੱਥੇ ਆਏ, ਬਰਤਨ ਬਣਾਉਂਦੇ ਰਹੇ, ਮਿਹਨਤ ਕਰਦੇ ਰਹੇ? ਹਾਂਜੀ। ਇੱਥੇ ਫਿਰ ਤੁਹਾਡੇ ਯਾਰ ਸੱਜਣ ਵੀ ਤੇ ਵਾਹਵਾ ਬਣ ਗਏ ਹੋਣਗੇ? ਬਥੇਰੇ ਚੇਅਰਮੈਨ ਸੀ ਤੇ ਉਹ ਮੇਰਾ ਪੱਕਾ ਯਾਰ ਸੀ। ਅੱਛਾ, ਚੇਅਰਮੈਨ ਪਿੰਡ ਦੀ ਜਿਹੜੀ ਪਰ ਬੜੀ ਵੱਡੀ ਸ਼ਖਸੀਅਤ ਸਨ ਹੈ ਉਹ ਤੁਹਾਡੇ ਪੱਕੇ ਯਾਰ? ਤੁਸੀਂ ਇਕੱਠੇ ਰਹਿੰਦੇ ਪੈਂਦੇ ਰਹੇ? ਮੈਂ 6 ਸਾਲ ਉਹਦੇ ਨਾਲ ਗਿਆ। 6 ਸਾਲ ਜੀ ਚੇਅਰਮੈਨ ਦੇ ਨਾਲ ਰਹੇ ਨੇ, ਯਾਰ ਰਹੇ ਨੇ ਉਹਨਾਂ ਦੇ ਨਾਲ ਤੁਸੀਂ ਕੀ ਕਰਦੇ ਰਹੇ ਹੋ? ਪੰਚਾਇਤਾਂ ਜਾਂਦੇ ਰਹੇ ਹੋ? ਟਾਂਗਾ ਸੀ ਉਹਦਾ, ਉਹ ਟਾਂਗਾ ਜੋਣਾ ਜਿੱਥੇ ਕਿਤੇ ਉਹਨੇ ਪੰਚਾਇਤ ਕਰਨੀ ਜਾਂ ਕੋਈ ਇਕੱਠ ਹੋ ਗਿਆ ਉੱਥੇ ਚਲੇ ਗਏ। ਉੱਥੇ ਚਲੇ ਗਏ। ਸਹੀ। ਏਡੀ ਪੱਕੀ ਗੂੜੀ ਯਾਰੀ ਸੀ ਬੜੀ। ਤੇ ਯਾਦ ਵੀ ਆਉਂਦੇ ਨੇ ਆਪਣੇ ਯਾਰ ਸੱਜਣ? ਬੜੀ ਮਿਲਿਆ, ਖਾਬ ਚ ਬੜੀ ਮਿਲਦਾ। ਬੰਦਾ ਬਹੁਤ ਮੁਸਲਮਾਨ ਸੀ। ਸਹੀ। ਵੇਖੋ ਜੀ ਸਾਡੇ ਦਾਦਾ ਅਬੂ ਥੋੜੇ ਉਦਾਸ ਹੋ ਗਏ ਨੇ, ਗਮਗੀਨ ਹੋ ਗਏ ਨੇ ਆਪਣੇ ਯਾਰਾਂ ਨੂੰ ਯਾਦ ਕਰਕੇ। ਤੇ ਉਹ ਲਮਹੇ ਜਦੋਂ ਯਾਦ ਆਉਂਦੇ ਨੇ ਤੇ ਫਿਰ ਇਹਨਾਂ ਦੀਆਂ ਅੱਖਾਂ ਭਰ ਆਉਂਦੀਆਂ ਨੇ। ਤੇ ਮੇਰਾ ਦਿਲ ਕੀਤਾ ਕਿ ਮੈਂ ਆਪਣੇ ਆਡੀਅנס ਨਾਲ ਜਿਹੜਾ ਨਾ ਇਹ ਗੱਲਾਂ ਬਾਤਾਂ ਸ਼ੇਅਰ ਕਰਾਂ ਤੇ ਤਾਂ ਕਿ ਲੋਕਾਂ ਨੂੰ ਪਤਾ ਚੱਲ ਸਕੇ ਕਿ ਪਾਕਿਸਤਾਨ ਦੇ ਵਿੱਚ ਵੀ ਅਜੇ ਆ ਸ਼ਖਸੀਅਤ ਮੌਜੂਦ ਨੇ ਜਿਨ੍ਹਾਂ ਦੀ 120 ਸਾਲ ਉਮਰ ਹੈ ਤੇ ਮਾਸ਼ਾਅੱਲਾ ਸਹੀ ਟੁਰਦੇ ਫਿਰਦੇ ਨੇ, ਗੱਲਾਂ ਬਾਤਾਂ ਕਰਦੇ ਨੇ, ਨਜ਼ਰ ਵੀ ਠੀਕ ਹੈ ਇਹਨਾਂ ਦੀ ਤੇ ਬਗੈਰ ਸੋਟੀ ਤੋਂ ਟੁਰਦੇ ਨੇ। ਤੇ ਅਗਰ ਵੀਡੀਓ ਪਸੰਦ ਆਈ ਹੈ ਤੇ ਕਮੈਂਟਸ ਵਿੱਚ ਜ਼ਰੂਰ ਦੱਸਿਆ ਜੇ ਤੇ ਅਗਲੀ ਵੀਡੀਓ ਤੁਹਾਡੇ ਨਾਲ ਫਿਰ ਇਨਸ਼ਾਅੱਲਾ ਮੁਲਾਕਾਤ ਹੋਵੇਗੀ। ਤਬ ਤੱਕ ਲਈ ਅੱਲਾਹ ਹਾਫਿਜ਼।